ਅੱਜ ਅਸੀਂ ਕਰਨ ਜਾ ਰਹੇ ਹਾਂ ਜਮਾਤ ਦੂਸਰੀ ਦੀ ਪਾਠ ਪੁਸਤਕ ਵਿੱਚੋਂ ਪਾਠ ਦੂਸਰਾ ਜਾਗੋ ਜਾਗੋ ਹੋਇਆ ਸਵੇਰਾ ਦੀ ਵਰਕਸ਼ੀਟ। ਤੁਸੀਂ ਇਹ ਕਵਿਤਾ ਸਾਰੇ ਬੱਚਿਆਂ ਨੇ ਜ਼ਰੂਰ ਬੋਲ ਬੋਲ ਕੇ ਯਾਦ ਕਰ ਲਈ ਹੋਏਗੀ। ਜਿਸ ਵੇਲੇ ਵੀ ਕੋਈ ਵੀ ਪ੍ਰਸ਼ਨ ਕਰਨਾ ਹੈ ਇਸ ਕਵਿਤਾ ਨੂੰ ਤੁਸੀਂ ਮਨ ਵਿੱਚ ਜ਼ਰੂਰ ਬੋਲਣਾ ਹੈ। ਸੋ ਪਹਿਲਾ ਪ੍ਰਸ਼ਨ ਹੈ, ਸੂਰਜ ਚੜ੍ਹਨ ਨਾਲ ਕੀ ਮਿਟਦਾ ਹੈ? ਸੋ ਪਹਿਲੀ ਆਪਸ਼ਨ ਹੈ ਇਹਦੇ ਵਿੱਚ ਵਿਕਲਪ ਹੈ ਛਾਂ, ਦੂਜਾ ਵਿਕਲਪ ਹੈ ਧੁੱਪ, ਤੀਜਾ ਹੈ ਹਨੇਰਾ ਅਤੇ ਚੌਥਾ ਹੈ ਬਾਰਿਸ਼। ਸੋ ਚਲੋ ਇਹਦਾ ਗੀਤ ਗਾਉਂਦੇ ਹਾਂ ਅਸੀਂ। ਜਾਗੋ ਜਾਗੋ ਹੋਇਆ ਸਵੇਰਾ, ਸੂਰਜ ਚੜ੍ਹਿਆ ਮਿਟਿਆ ਹਨੇਰਾ। ਸੋ ਕੀ ਮਿਟਦਾ ਹੈ? ਆਪਸ਼ਨ ਤੀਸਰੀ ਜਿਹੜਾ ਕਿ ਹੈ ਹਨੇਰਾ। ਪ੍ਰਸ਼ਨ ਦੂਸਰਾ ਹੈ, ਆਲ੍ਹਣਿਆਂ ਵਿੱਚ ਕੌਣ ਰਹਿੰਦਾ ਹੈ? ਪਹਿਲਾ ਵਿਕਲਪ ਹੈ ਪੰਛੀ, ਦੂਸਰਾ ਹੈ ਚੂਚੇ, ਤੀਸਰਾ ਹੈ ਬਲੂੰਗੜੇ ਅਤੇ ਚੌਥਾ ਹੈ ਕਤੂਰੇ। ਸੋ ਆਓ ਅਸੀਂ ਕਵਿਤਾ ਦੀ ਸਤਰ ਬੋਲਦੇ ਹਾਂ। ਆਲ੍ਹਣਿਆਂ ਵਿੱਚ ਪੰਛੀ ਜਾਗੇ, ਕਿਉਂਕਿ ਆਲ੍ਹਣਿਆਂ 'ਚ ਪੰਛੀ ਰਹਿੰਦੇ ਹਨ, ਸੋ ਇਸ ਲਈ ਜਾਗੇ ਹੋ। ਸੋ ਪਹਿਲਾ ਜਿਹੜਾ ਵਿਕਲਪ ਹੈ ਪੰਛੀ ਬਿਲਕੁਲ ਸਹੀ ਵਿਕਲਪ ਹੈ। ਸੋ ਤੀਸਰਾ ਪ੍ਰਸ਼ਨ ਅਸੀਂ ਦੇਖਦੇ ਹਾਂ। ਤੀਸਰਾ ਪ੍ਰਸ਼ਨ ਹੈ, ਰੋਜ਼ ਸਵੇਰੇ ਕੀ ਚੜ੍ਹਦਾ ਹੈ? ਪਹਿਲਾ ਵਿਕਲਪ ਸੂਰਜ, ਦੂਸਰਾ ਚੰਦਰਮਾ, ਤੀਜਾ ਤਾਰੇ ਅਤੇ ਚੌਥਾ ਹੈ ਬੱਦਲ। ਸੋ ਤੁਸੀਂ ਸਾਰੇ ਜਾਣਦੇ ਹੋ ਸਵੇਰੇ ਸਵੇਰੇ ਕੀ ਚੜ੍ਹਦਾ ਹਰ ਸਵੇਰੇ? ਸੂਰਜ। ਸੋ ਸੂਰਜ ਜਿਹੜਾ ਕਿ ਪਹਿਲਾ ਵਿਕਲਪ ਹੈ ਬਿਲਕੁਲ ਸਹੀ ਹੈ। ਚੌਥਾ ਪ੍ਰਸ਼ਨ ਹੈ, ਪੰਛੀਆਂ ਦੇ ਜਾਗਣ ਨਾਲ ਕੀ ਹੁੰਦਾ ਹੈ? ਸੋ ਕੀ ਹੁੰਦਾ ਹੈ? ਪਹਿਲਾ ਵਿਕਲਪ ਹੈ ਹਨੇਰਾ, ਦੂਸਰਾ ਹੈ ਰੌਣਕ, ਤੀਸਰਾ ਹੈ ਉਦਾਸੀ, ਚੌਥਾ ਹੈ ਚਾਨਣ। ਚਲੋ ਫਿਰ ਕਵਿਤਾ ਦੀ ਸਤਰ ਬੋਲਦੇ ਹਾਂ। ਆਲ੍ਹਣਿਆਂ ਵਿੱਚ ਪੰਛੀ ਜਾਗੇ, ਰੌਣਕ ਹੋ ਗਈ ਲਾਗੇ ਛਾਗੇ। ਸੋ ਰੌਣਕ ਜਿਹੜਾ ਕਿ ਦੂਸਰਾ ਵਿਕਲਪ ਹੈ ਬਿਲਕੁਲ ਸਹੀ ਵਿਕਲਪ ਹੈ। ਪੰਜਵਾਂ ਪ੍ਰਸ਼ਨ ਹੈ, ਪੰਛੀ ਕਿੱਥੇ ਰਹਿੰਦੇ ਹਨ? ਸੋ ਪਹਿਲਾ ਵਿਕਲਪ ਹੈ ਕਮਰੇ ਵਿੱਚ, ਦੂਸਰਾ ਹੈ ਆਲ੍ਹਣਿਆਂ ਵਿੱਚ, ਤੀਸਰਾ ਹੈ ਘਰ ਵਿੱਚ ਅਤੇ ਚੌਥਾ ਹੈ ਖੁੱਡ ਵਿੱਚ। ਸੋ ਅਸੀਂ ਫਿਰ ਤੋਂ ਬੋਲਦੇ ਹਾਂ ਕਵਿਤਾ ਦੀ ਸਤਰ। ਆਲ੍ਹਣਿਆਂ ਵਿੱਚ ਪੰਛੀ ਜਾਗੇ। ਸੋ ਆਲ੍ਹਣਾ ਜਿਹੜਾ ਕਿ ਦੂਸਰਾ ਵਿਕਲਪ ਹੈ, ਆਲ੍ਹਣਿਆਂ ਵਿੱਚ ਰਹਿੰਦੇ ਹਨ ਤਾਂ ਹੀ ਉੱਥੋਂ ਜਾਗੇ ਹਨ, ਠੀਕ ਹੈ ਨਾ। ਸੋ ਛੇਵਾਂ ਜਿਹੜਾ ਪ੍ਰਸ਼ਨ ਹੈ ਉਹ ਹੈ, ਸਵੇਰ ਹੋਣ 'ਤੇ ਖੇਤਾਂ ਨੂੰ ਕੌਣ ਚੱਲ ਪੈਂਦੇ ਹਨ? ਪਹਿਲਾ ਵਿਕਲਪ ਹੈ ਹਾੜੀ, ਦੂਸਰਾ ਹੈ ਬੱਚੇ, ਤੀਸਰਾ ਹੈ ਲੋਕ ਅਤੇ ਚੌਥਾ ਹੈ ਪਾਲੀ। ਸੋ ਫਿਰ ਤੋਂ ਅਸੀਂ ਸਤਰ ਬੋਲਦੇ ਹਾਂ ਕਵਿਤਾ ਦੀ। ਖੇਤਾਂ ਨੂੰ ਚੱਲ ਪਏ ਨਿਹਾਲੀ। ਸੋ ਖੇਤਾਂ ਨੂੰ ਕੌਣ ਚੱਲ ਪੈਂਦੇ ਹਨ ਸਵੇਰੇ ਸਵੇਰੇ ਹੋਣ 'ਤੇ? ਹਾਲੀ। ਸੋ ਹਾਲੀ ਕਿਹਨੂੰ ਕਹਿੰਦੇ ਹਨ? ਜਿਹੜਾ ਕਿ ਹਲ ਵਾਹੁੰਦਾ ਹੈ। ਸੋ ਪਹਿਲਾ ਵਿਕਲਪ ਹੈ ਹਾਲੀ ਜਿਹੜਾ ਕਿ ਸਹੀ ਹੈ। ਅਤੇ ਅਗਲਾ ਪ੍ਰਸ਼ਨ ਹੈ, ਡੈਸ਼ ਚੜ੍ਹਿਆ ਮਿਟਿਆ ਹਨੇਰਾ। ਸੋ ਖਾਲੀ ਥਾਂ 'ਚ ਭਰਨਾ ਹੈ। ਪਹਿਲਾ ਵਿਕਲਪ ਹੈ ਤਾਰਾ, ਦੂਸਰਾ ਹੈ ਚੰਨ, ਤੀਸਰਾ ਹੈ ਸੂਰਜ, ਚੌਥਾ ਹੈ ਰੌਸ਼ਨੀ। ਸੋ ਕਵਿਤਾ ਬੋਲਦੇ ਹਾਂ। ਸੂਰਜ ਚੜ੍ਹਿਆ ਮਿਟਿਆ ਹਨੇਰਾ। ਸੋ ਤੀਸਰਾ ਵਿਕਲਪ ਜੋ ਕਿ ਸੂਰਜ ਹੈ ਬਿਲਕੁਲ ਸਹੀ ਵਿਕਲਪ ਹੈ। ਇਸ ਨੂੰ ਚੁਣ ਕੇ ਤੁਸੀਂ ਇਸ ਖਾਲੀ ਥਾਂ ਦੇ ਵਿੱਚ ਭਰ ਦੇਣਾ ਹੈ। ਅਗਲਾ 8ਵਾਂ ਪ੍ਰਸ਼ਨ ਹੈ, ਉਹਦੇ ਵੱਲ ਧਿਆਨ ਦਿੰਦੇ ਹਾਂ ਅਸੀਂ। ਚਾਨਣ ਨੇ ਕਿੱਥੇ ਫੇਰਾ ਪਾਇਆ ਹੈ? ਪਹਿਲਾ ਵਿਕਲਪ ਹੈ ਹਰ ਘਰ, ਦੂਸਰਾ ਹੈ ਹਰ ਵਿਹੜੇ, ਤੀਸਰਾ ਹੈ ਹਰ ਕਮਰੇ ਅਤੇ ਚੌਥਾ ਹੈ ਹਰ ਰੁੱਖ। ਚਲੋ ਫਿਰ ਕਵਿਤਾ ਬੋਲਦੇ ਹਾਂ। ਚਾਨਣ ਪਾਇਆ ਹਰ ਘਰ ਫੇਰਾ, ਜਾਗੋ ਜਾਗੋ ਹੋਇਆ ਸਵੇਰਾ। ਸੋ ਹਰ ਘਰ ਜਿਹੜਾ ਕਿ ਪਹਿਲੀ ਵਿਕਲਪ ਹੈ ਬਿਲਕੁਲ ਸਹੀ ਵਿਕਲਪ ਹੈ। 9ਵਾਂ ਪ੍ਰਸ਼ਨ ਹੈ ਜੋ ਕਿ ਖਾਲੀ ਥਾਂ ਹੈ, ਡੈਸ਼ ਹਵਾ ਪਈ ਚੱਲੇ। ਸੋ ਇਸ ਦੇ ਵਿੱਚ ਵਿਕਲਪ ਦੇਖਦੇ ਹਾਂ। ਡੈਸ਼ ਹਵਾ ਪਈ ਚੱਲੇ, ਪਹਿਲਾ ਹੈ ਸੋਹਣੀ ਸੋਹਣੀ, ਦੂਸਰਾ ਹੈ ਠੰਡੀ ਠੰਡੀ, ਤੀਸਰਾ ਹੈ ਗਰਮ ਗਰਮ ਅਤੇ ਚੌਥਾ ਹੈ ਤੇਜ਼ ਤੇਜ਼। ਸੋ ਅਸੀਂ ਫਿਰ ਤੋਂ ਕਵਿਤਾ ਬੋਲਦੇ ਹਾਂ। ਠੰਡੀ ਠੰਡੀ ਹਵਾ ਪਈ ਚੱਲੇ। ਸੋ ਦੂਸਰਾ ਵਿਕਲਪ ਜਿਹੜਾ ਕੀ ਹੈ ਠੰਡੀ ਠੰਡੀ ਬਿਲਕੁਲ ਸਹੀ ਵਿਕਲਪ ਹੈ। ਸੋ ਇਸ ਨੂੰ ਅਸੀਂ ਚੁਣ ਲੈਣਾ ਹੈ ਅਤੇ ਇਸ ਨੂੰ ਇਸ ਖਾਲੀ ਥਾਂ ਦੇ ਵਿੱਚ ਭਰ ਵੀ ਦੇਣਾ ਹੈ। ਅਗਲਾ ਪ੍ਰਸ਼ਨ 10ਵਾਂ ਦੇਖਦੇ ਹਾਂ। ਜਾਗੋ ਹੁਣ ਸੋ ਲਿਆ, ਖਾਲੀ ਥਾਂ ਹੈ ਅੱਗੇ। ਸੋ ਖਾਲੀ ਥਾਂ ਵਿੱਚ ਕੀ ਭਰਨਾ ਹੈ? ਵਿਕਲਪ ਦੇਖਦੇ ਹਾਂ। ਪਹਿਲਾ ਹੈ ਵਧੇਰਾ, ਦੂਸਰਾ ਹੈ ਬਥੇਰਾ, ਤੀਸਰਾ ਹੈ ਕਾਫੀ ਅਤੇ ਚੌਥਾ ਹੈ ਬਹੁਤ। ਸੋ ਫਿਰ ਤੋਂ ਬੋਲਦੇ ਹਾਂ ਕਵਿਤਾ। ਜਾਗੋ ਹੁਣ ਸੋ ਲਿਆ ਬਥੇਰਾ, ਜਾਗੋ ਜਾਗੋ ਹੋਇਆ ਸਵੇਰਾ। ਸੋ ਦੂਸਰਾ ਵਿਕਲਪ ਜੋ ਕਿ ਹੈ ਬਥੇਰਾ ਬਿਲਕੁਲ ਸਹੀ ਵਿਕਲਪ ਹੈ। ਇਸ ਨੂੰ ਪਹਿਲਾਂ ਅਸੀਂ ਬਥੇਰਾ ਨੂੰ ਚੁਣ ਲਵਾਂਗੇ ਅਤੇ ਉਸ ਤੋਂ ਬਾਅਦ ਇਸ ਖਾਲੀ ਥਾਂ ਦੇ ਵਿੱਚ ਅਸੀਂ ਬਥੇਰਾ ਜਿਹੜਾ ਇਹ ਸ਼ਬਦ ਹੈ ਇਹ ਲਿਖ ਦਾਂਗੇ। ਜਾਗੋ ਹੁਣ ਸੋ ਲਿਆ ਬਥੇਰਾ।
प्रश्न नंबर 11 है ज़्यादा सुते रहना केड़ी आदत है। पहला विकल्प है चंगी, दूसरा है माड़ी, तीजा है सोहनी ते चौथा है सियाणी। सो असी फिर तो कविता की सतर बोलते हाँ। ठंडी ठंडी हवा भी चले, सुते रहना केड़ी गले, जागो हुण सो लिया बथेरा, जागो जागो होया सवेरा। सो चंगी आदत नहीं है, इसलिए जागण नूं कहा गया है, सोना चंगी आदत नहीं है। सो ये माड़ी आदत है, जिहड़ा कि दूसरा विकल्प है, ये बिल्कुल सही विकल्प है, असीं इसनूं चुन लवांगे। 12वां प्रश्न है जल्दी जागण वाले डैश रहिंदे हन। हुण की रहिंदे हन, आओ विकल्पों में लभदे हाँ। पहला विकल्प है बीमार रहिंदे हन, दूसरा है खुश रहिंदे हन, तीसरा है आलसी रहिंदे हन ते चौथा है उदास रहिंदे हन। सो फिर तो असी कविता बोलते हाँ। जेड़ा हुण तक भी ना जागे, खुशी ना आवे उसदे लागे। सो ना जागण ना खुशी नहीं आती, तो जागण ना की आएगी खुशी। सो जल्दी जागण वाले खुश रहिंदे हन, ये विकल्प दूसरा बिल्कुल सही है। इसनूं असी चुन लिया है तो हुण इसनूं असी इस खाली थां विच भर देंगे खुशी। खुश रहिंदा है, जल्दी जागण वाले खुश रहिंदे हन। 13वां प्रश्न है सानू सवेरे कदों उठना चाहिदा है। सो सवेरे कदों उठना चाहिए। पहला विकल्प है देरी नाल, दूसरा है जल्दी, तीसरा है दोपहर नूं ते चौथा है शाम नूं। तुसीं सारे ही जानते हो कि सवेरे कदों उठना चाहिए है, बिल्कुल सही, जल्दी उठना चाहिए है। दूसरा विकल्प बिल्कुल सही विकल्प है। सो जल्दी उठना चाहिए है सानू सवेरे। 14वां प्रश्न है सानू सारिਆਂ ਨੂੰ की करन लई कहा गया है। सो की करन लई कहा गया है, विकल्प पढ़ते हैं। वेले रहन लई, सौण लई दूसरा है जो विकल्प है, तीसरा विकल्प है काम करन लई ते चौथा विकल्प है देरी नाल उठण लई। सो की करन नूं कहा गया है, असी ध्यान नाल कविता बोल के याद करते हाँ। कम करो ना करो अवेरा, जागो जागो होया सवेरा। सो की करन नूं कहा गया है, काम करन लई कहा गया है, जिहड़ा कि तीसरा विकल्प है। सो तीसरे विकल्प के उत्ते असी टिक लगावांगे, ठीका लगावांगे, क्योंकि तीसरा विकल्प काम करन लई बिल्कुल सही विकल्प है। 15वां जो प्रश्न है वो है जागो जागो होया डैश। सो इस दे आपां जिहड़े हैगे विकल्प वो पढ़ते हाँ। जागो जागो होया डैश। सो पहला विकल्प है हनेरा, दूसरा है सवेरा, तीसरा है दोपहर ते चौथा है आथण। सो जागो जागो होया सवेरा, जो कि कविता की मेन लाइन है, मुख बंद है दा सवेरा। सो जागो जागो होया सवेरा पहला आपां चुन लेना है, तो फिर खाली थां दे विच इसनूं भर देना है सवेरा। 16वां प्रश्न है सूरज कदों चढ़दा है। सो पहला इसका विकल्प है सवेरे, दूसरा विकल्प है रात वेले, तीसरा है शाम नूं ते चौथा है दोपहर नूं। सारे जानते हैं असी सूरज कदों चढ़दा है बई, बिल्कुल सही, सवेरे चढ़ता है सूरज। सो पहला विकल्प सवेरे बिल्कुल सही विकल्प है। तो अगला प्रश्न देखते हैं 17वां। सवेर होण ते पशुआं दे नाल कौन तुर पैंदे हन। कौन तुर पैंदे जी, ये विकल्प देखते हैं। पहला है हाली, दूसरा है बच्चे, तीसरा है लोक ते चौथा है पाली। सो कविता नूं बोल के देखते हाँ। खेतां नूं चल पए निहाली, पशुआं दे नाल तुर पए पाली। सो पाली जिहड़ा कि चौथा विकल्प है बिल्कुल सही विकल्प है। पाली कहंदे आ जिहड़ा पशुआं नूं पालदा है। सो पशु पालक नूं पाली कहंदे हन। चलो अगे वधदे हाँ अगले प्रश्न ते, जो कि है हाली कित्थे चल पए हन। सो पहला विकल्प है पिंड नूं, दूसरा है शहर नूं, तीसरा है खेतां नूं ते चौथा है मेले नूं। आओ फिर तो कविता बोलते हाँ, सानू पता लग जाएगा हाली कित्थे चल पे हैं।
ਖੇਤਾਂ ਨੂੰ ਚੱਲ ਪਏ ਨੇ ਹਾਲੀ। ਸੋ ਖੇਤਾਂ ਨੂੰ ਕੌਣ ਚੱਲ ਪਿਆ ਹਨ? ਹਾਲੀ। ਹਾਲੀ ਕਿਹਨੂੰ ਕਹਿੰਦੇ ਹਨ? ਹਲ ਵਾਹੁਣ ਵਾਲੇ ਨੂੰ ਕਹਿੰਦੇ ਹਨ। ਖੇਤਾਂ ਨੂੰ ਚੱਲ ਪਏ ਹਨ। ਸੋ ਕਿਸਾਨ ਜਿਹੜਾ ਹਲ ਵਾਹੁੰਦਾ ਹੈ, ਇਸ ਲਈ ਉਸ ਨੂੰ ਹਾਲੀ ਵੀ ਕਹਿੰਦੇ ਹਨ। ਅਗਲਾ ਜੋ ਪ੍ਰਸ਼ਨ ਹੈ ਉਹ 13ਵਾਂ, ਕੰਮ ਕਰੋ ਨਾ ਕਰੋ ਡੈਸ਼। ਆਓ ਇਸ ਦੇ ਵਿਕਲਪ ਦੇਖਦੇ ਹਾਂ ਕਿਹੜੇ ਕਿਹੜੇ ਹਨ। ਪਹਿਲਾ ਹੈ ਅਵੇਰਾ, ਦੂਸਰਾ ਹੈ ਸਵੇਰਾ, ਤੀਸਰਾ ਹੈ ਇੰਤਜ਼ਾਰ, ਚੌਥਾ ਹੈ ਦੇਰੀ। ਸੋ ਫਿਰ ਤੋਂ ਕਵਿਤਾ ਬੋਲਦੇ ਹਾਂ। ਕੰਮ ਕਰੋ ਨਾ ਕਰੋ ਅਵੇਰਾ, ਜਾਗੋ ਜਾਗੋ ਹੋਇਆ ਸਵੇਰਾ। ਸੋ ਅਵੇਰਾ ਜੋ ਸ਼ਬਦ ਹੈ, ਜਿਹੜਾ ਕਿ ਪਹਿਲਾ ਵਿਕਲਪ ਹੈ ਅਵੇਰਾ, ਉਹ ਸਹੀ ਵਿਕਲਪ ਹੈ। ਅਵੇਰਾ ਅਸਲ ਦੇ ਵਿੱਚ ਦੇਰੀ ਦਾ ਹੀ ਦੂਸਰਾ ਰੂਪ ਹੈ। ਜਿਸ ਵੇਲੇ ਜਿਹੜਾ ਕੰਮ ਵੇਲੇ ਸਮੇਂ ਰਹਿੰਦੇ ਨਾ ਕੀਤਾ ਹੋ ਗਿਆ ਹੋਵੇ ਉਸ ਨੂੰ ਅਵੇਰਾ ਕਹਿੰਦੇ ਆ। ਜਿਹੜਾ ਇਸ ਵੇਲੇ ਟਾਈਮ ਲੰਘ ਚੁੱਕਾ ਹੁੰਦਾ, ਉਹਦਾ ਉਸਦਾ ਸਮਾਂ ਲੰਘ ਜਾਵੇ। ਸੋ ਅਵੇਰਾ ਅਸੀਂ ਚੁਣ ਲਿਆ ਹੈ। ਸੋ ਚੁਣਨ ਤੋਂ ਬਾਅਦ ਅਸੀਂ ਇਸ ਨੂੰ ਲਿਖ ਦੇਣਾ ਹੈ ਇਸ ਖਾਲੀ ਥਾਂ ਦੇ ਵਿੱਚ। ਅਵੇਰਾ, ਕਵੇਲਾ, ਦੇਰੀ, ਇਹ ਇਸ ਦੇ ਸਮਾਨਾਰਥਕ ਸ਼ਬਦ ਹਨ। ਅਗਲਾ ਪ੍ਰਸ਼ਨ ਕਰਾਂਗੇ। ਅਗਲਾ ਪ੍ਰਸ਼ਨ ਹੈ, ਜਿਹੜਾ ਹੁਣ ਤੱਕ ਵੀ ਨਾ ਜਾਗੇ ਡੈਸ਼ ਨਾ ਆਵੇ, ਉਸ ਦੇ ਲਾਗੇ ਕਿਹੜੀ ਚੀਜ਼ ਨਹੀਂ ਆਉਂਦੀ? ਉਹਦੇ ਲਾਗੇ ਗਮੀ, ਹੈਰਾਨੀ, ਖੁਸ਼ੀ, ਜਾਂ ਚੌਥਾ ਵਿਕਲਪ ਹੈ ਬਿਮਾਰੀ। ਚਲੋ ਇਸੇ ਕਵਿਤਾ ਨੂੰ ਗਾਉਂਦੇ ਹਾਂ। ਜਿਹੜਾ ਹੁਣ ਤੱਕ ਵੀ ਨਾ ਜਾਗੇ, ਖੁਸ਼ੀ ਨਾ ਆਵੇ ਉਸ ਦੇ ਲਾਗੇ। ਸੋ ਕਿਹੜੀ ਚੀਜ਼ ਨਹੀਂ ਆਉਂਦੀ ਹੈ ਜਾਗਣ, ਜਲਦੀ ਜਾਗਣ ਨਾ? ਖੁਸ਼ੀ। ਸੋ ਖੁਸ਼ੀ ਤੀਸਰਾ ਵਿਕਲਪ ਬਿਲਕੁਲ ਸਹੀ ਹੈ। ਆਓ ਇਸ ਨੂੰ ਚੁਣ ਲੈਂਦੇ ਹਾਂ ਤੇ ਇਸ ਨੂੰ ਇਸ ਖਾਲੀ ਥਾਂ ਤੇ ਲਿਖ ਵੀ ਦਿੰਦੇ ਹਾਂ। ਸੋ ਬੱਚੋ, ਇਸ ਨੂੰ ਵਰਕਸ਼ੀਟ ਨੂੰ ਪੂਰਾ ਕਰਨ ਤੋਂ ਪਹਿਲਾਂ ਜ਼ਰੂਰ ਤੁਸੀਂ ਕਵਿਤਾ ਬਾਰ-ਬਾਰ ਬੋਲ ਕੇ ਯਾਦ ਕਰ ਲੈਣੀ ਹੈ, ਤਾਂ ਕਿ ਤੁਸੀਂ ਆਸਾਨੀ ਨਾਲ ਇਹਨਾਂ ਨੂੰ ਕਰ ਸਕੋ। ਧੰਨਵਾਦ।